ਵੇਲੇ ਤੋਂ ਸਾਰਾ ਦਿਨ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਰਿਹਾ। ਉਸ ਦਿਨ ਇਹ ਗੋਲੀ ਲੱਗੀ ਔਰ ਸ਼ਾਮ ਨੂੰ ਇਸ ਪਾਵਨ ਸਰੂਪ ਦਾ ਸੁਖਾਸਨ ਕਰਕੇ ਇਹ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਨਹੀਂ ਪਹੁੰਚ ਸਕਿਆ। ਗੋਲੀਬਾਰੀ ਬਹੁਤ ਜ਼ਿਆਦਾ ਸੀ। ਇਸ ਪਾਵਨ ਸਰੂਪ ਦਾ ਸੁਖਾਸਨ ਹਰ ਕੀ ਪੌੜੀ ਵਿਖੇ ਕੀਤਾ ਗਿਆ। ਸਾਡੇ ਦੋ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਇਹ ਦਰਬਾਰ ਸਾਹਿਬ ਜੀ ਦੇ ਉਸ ਵੇਲੇ ਅੰਦਰ ਮੌਜੂਦ ਸਨ। 5 ਤਰੀਕ ਨੂੰ ਅੰਧਾ ਧੁੰਦ ਫਾਇਰਿੰਗ ਗੋਲੇ ਆਦਿਕ ਵੱਜਣ ਕਰਕੇ ਫਿਰ ਪ੍ਰਕਾਸ਼ ਨਹੀਂ ਹੋਇਆ। 5 ਤੇ 6 2 ਦਿਨ ਪ੍ਰਕਾਸ਼ ਅੰਦਰ ਨਹੀਂ ਹੋ ਸਕਿਆ ਔਰ 6 ਤਰੀਕ ਨੂੰ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਿੰਘਾਂ ਸਮੇਤ ਬਾਹਰ ਆ ਕੇ ਜੂਝੇ, ਉਹਨਾਂ ਦੀ ਸ਼ਹਾਦਤ ਹੋਈ। ਭਾਵੇਂ ਇਹ ਫਾਇਰਿੰਗ 9 ਤਰੀਕ ਤੱਕ ਵੀ ਚੱਲਦੀ ਰਹੀ, ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਪਰ 6 ਤਰੀਕ ਨੂੰ ਅੰਦਰ ਮਿਲਟਰੀ ਜਿਹੜੀ ਸੀ ਨਾ ਉਹ ਪ੍ਰਵੇਸ਼ ਹੋ ਚੁੱਕੀ ਸੀ ਪੂਰੀ। ਉਹਨਾਂ ਨੇ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਆਪਣਾ ਕਬਜ਼ਾ ਜਮਾ ਲਿਆ ਸੀ ਔਰ ਇੱਥੋਂ ਜਿੱਥੇ ਬੇਅੰਤ ਸਿੰਘ ਸਿੰਘਣੀਆਂ ਭੁਜੰਗੀ ਬਜ਼ੁਰਗ ਸ਼ਹਾਦਤਾਂ ਪ੍ਰਾਪਤ ਕਰ ਗਏ। ਜੁਝਾਰੂ ਸਿੰਘ ਤਾਂ ਕੇਵਲ ਮੁੱਠੀ ਭਰ ਸਨ, ਜਿਨ੍ਹਾਂ ਨੇ ਚਮਕੌਰ ਦੀ ਗੜੀ ਦਾ ਸਾਕਾ ਇੱਥੇ ਫੇਰ ਦੁਹਰਾਇਆ। ਬਹੁਤੇ ਸ਼ਰਧਾਲੂ ਸੰਗਤਾਂ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਪਹੁੰਚੀਆਂ ਹੋਈਆਂ ਸਨ। 3 ਜੂਨ ਨੂੰ ਜਿਹੜਾ ਅੱਜ ਦਿਹਾੜਾ ਹੈ, ਇਸ ਦਿਨ ਸਤਿਗੁਰਾਂ ਦਾ ਸ਼ਹੀਦੀ ਗੁਰਪੁਰਬ ਸੀ। CRP ਨੇ ਪਹਿਲਾਂ 1 ਜੂਨ ਨੂੰ ਗੋਲੀ ਆਰੰਭ ਕੀਤੀ, ਜਿਹੜੀ 12 ਵਜੇ ਤੋਂ ਲੈ ਕੇ ਰਾਤ 9-9:30 ਵਜੇ ਤੱਕ ਟਾਵੀਂ ਗੋਲੀ ਚੱਲਦੀ ਰਹੀ ਔਰ 1 ਜੂਨ ਨੂੰ ਭਾਈ ਮਹਿੰਗਾ ਸਿੰਘ ਜੀ ਬੱਬਰ ਉਹਨਾਂ ਦੀ ਸ਼ਹਾਦਤ ਵੀ ਹੋਈ ਔਰ ਬਾਅਦ ਵਿੱਚ ਇਹ ਗੋਲੀ ਰੋਕ ਦਿੱਤੀ ਗਈ ਕਿ ਸਤਿਗੁਰਾਂ ਦਾ ਸ਼ਹੀਦੀ ਗੁਰਪੁਰਬ 3 ਜੂਨ ਦਾ ਹੈ। ਨਾਲ ਖੁੱਲ੍ਹ ਵੀ ਦੇ ਦਿੱਤੀ ਵੀ ਕੋਈ ਆ ਵੀ ਸਕਦਾ ਜਾ ਵੀ ਸਕਦਾ। ਬੇਅੰਤ ਸੰਗਤਾਂ ਜਿਹੜੀਆਂ ਸੀ ਉਹ ਗੁਰਪੁਰਬ ਮਨਾਉਣ ਵਾਸਤੇ ਇਕੱਤਰ ਹੋ ਗਈਆਂ। 3 ਜੂਨ ਨੂੰ ਕਰਫਿਊ ਲਾ ਕੇ ਸੰਗਤ ਜੀ ਫਿਰ ਗੋਲਾਬਾਰੀ ਜਿਹੜੀ ਸੀ ਉਹ ਆਰੰਭ ਕਰ ਦਿੱਤੀ ਗਈ ਔਰ ਇਸ ਤਰੀਕੇ ਨਾਲ 6 ਜੂਨ ਤੱਕ ਸੰਤਾਂ ਦੀ ਸ਼ਹਾਦਤ ਤੋਂ ਉਪਰੰਤ, ਜੁਝਾਰੂ ਸਿੰਘਾਂ ਦੀ ਸ਼ਹਾਦਤ ਤੋਂ ਉਪਰੰਤ ਇੱਥੇ ਸਾਰਾ ਕਬਜ਼ਾ ਜਿਹੜਾ ਸੀ ਉਹ ਫੌਜ ਦਾ ਹੋ ਚੁੱਕਾ ਸੀਗਾ ਔਰ ਇਹ ਪਾਵਨ ਸਰੂਪ ਜੂਨ 1984 ਵਿੱਚ ਸੰਗਤ ਜੀ ਗੋਲੀ ਲੱਗਣ ਕਰਕੇ ਜ਼ਖਮੀ ਹੋ ਚੁੱਕਾ ਸੀ ਔਰ ਉਸ ਦਿਨ ਤੋਂ ਬਾਅਦ ਮੁੜ ਕੇ ਇਸ ਸਰੂਪ ਦੇ ਦਰਸ਼ਨ ਦੀਦਾਰ ਨਹੀਂ ਸਨ ਹੋਏ। 37 ਸਾਲ ਹੋ ਗਏ ਔਰ ਸੰਗਤ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਬੀਬੀ ਜਗੀਰ ਕੌਰ ਜੀ, ਸਰਦਾਰ ਸੁਰਜੀਤ ਸਿੰਘ ਜੀ ਭਿੱਟੇਵੱਡ, ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਸਮੁੱਚੀ ਐਗਜ਼ੈਕਟਿਵ ਨੇ ਇਹ ਫੈਸਲਾ ਕੀਤਾ ਕਿ ਸੰਗਤਾਂ ਦੀ ਮੰਗ ਹੈ ਕਿ ਸਾਨੂੰ ਉਸ ਸਰੂਪ ਦੇ ਦਰਸ਼ਨ ਦੀਦਾਰ, ਉਹ ਗੋਲੀ ਦੇ ਦਰਸ਼ਨ ਕਰਾਏ ਜਾਣ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲੱਗੀ ਹੈ ਔਰ ਇਹ ਫੈਸਲੇ ਅਨੁਸਾਰ ਅੱਜ ਆਪਾਂ
इस रूप के दर्शन दीदार करने ने। इतिहास बड़ा गहरा ते लंबा चौड़ा है और जून 1984 का ये तीजा घल्लूघारा जिहड़ा संगतां कदे भी नहीं भुला सकदियां। हरेक दिल दे उत्ते संगत जी, बच्चे बच्ची दे दिल दे उत्ते ये गहरे जख्म करता है, हरेक नूं ये याद है। और ये भी फैसला किया गया कि 37 साल होने करके और जिहड़ी गोली गुरु ग्रंथ साहब जी ने अपने सीने विच खाधी अते नाल इत्थे जाके वो गोली रुक गई। चरण साध के धोए धोए पीओ, अर प्रसाद कहो अपना जियो। संगत जी, वो गोली वाले थां दे उत्ते जिहड़े पत्रे सी वो भुरने शुरू हो गए, जिस करके फैसला किया गया है कि गुरु ग्रंथ साहब जी दे दर्शन दीदार सुख आसन के रूप में ही संगतां नूं करवाए जाण। नाल नाल वो हाशिए दे पत्रे गुरु ग्रंथ साहब जी की पावन जिल्द जिहदे विचों गोली लंघ के सरूप विच वजी है, वो सारे दर्शन आप जी नूं कराए जाणगे। जिवें ज्ञानी गुरमुख सिंह जी ने दर्शाया सी कि सारे मीडिए वाले वीर एक एक दो जाने करके आ जान ते वो नाल नाल दर्शन करवा के बाहर चले जान। इस तरह फोटोग्राफर भी एक एक दो जाने आन के फोटो ले सकते हैं। बाकी संगतां नूं बेनती है कि मीडिया वाले वीरां तो बाद आप जी ने सहजे सहजे एक एक जाने ने अंदर आन के दर्शन दीदार करके बाहर भी श्रोमणी गुरुद्वारा प्रबंधक कमेटी वालों स्क्रीनां लाइया गई ने और टीवी के राही उन्हां स्क्रीनां दे उत्ते भी इस रूप के दर्शन करवाए जाणगे। स्वरूप जख्मी होने करके संगत जी इहदा प्रकाश नहीं किया जा सकता ते आपां सुखासन के रूप में ही इहदे दर्शन करांगे। सो इन्नियां बेनतियां प्रवान करनियां होईयां, भुल्लां दी खिमा करनी जी। हुण आप जी दे सन्मुख बीबी जगीर कौर जी प्रधान श्रोमणी गुरुद्वारा प्रबंधक कमेटी वो बचन करनगे जी। वाहिगुरू जी का खालसा, वाहिगुरू जी की फतेह। महान पवित्र स्थान साहब श्री गुरु हरगोबिंद साहब जी के महान तख्त श्री अकाल तख्त साहब जी के नाल शहीद बाबा गुरबख्श सिंह जी के पवित्र स्थान ते जुड़ बैठे गुरु ग्रंथ साहब की गोद विच प्यारे खालसा जी, फतेह बुलाओ। वाहिगुरू जी का खालसा, वाहिगुरू जी की फतेह। 1984 का दर्दनाक साका 1 जून तो लैके 6 जून तक जो वरतारा वरत्या, जो घटना घटी, जो गहरा दर्द तुहाडे हिरदे विच होया, उहदे संबंध विच बहुत ही सत्कारयोग हैड ग्रंथी श्री हरमंदर साहिब मानयोग सिंह साहब ज्ञानी जगतार सिंह जी, हैड ग्रंथी श्री अकाल तख्त साहिब सिंह साहब मानयोग ज्ञानी गुरमुख सिंह जी, आप जी नाल सारा बिरतांत जो इत्थे वरत्या उहदे संबंध विच सांझ पा रहे सन। और ज्यों ज्यों दस रहे सन अखा सामने उही सीन, उही दृश्य, उही दर्द जड़ी, उही पीड़ा जड़ी सी वो लंघ रही सी। क्योंकि आप सारे 37 साल तो वो दर्द अपने हिरदियां च लैके बैठे हुए हैं। मानयोग सिंह साहब ने जिस तरह दसिया कि भारत सरकार श्रीमती इंदिरा गांधी जी प्रधानमंत्री जो कांग्रेस की सरकार सी, उन्होंने भारतीय फौजां नूं भेज के जो ये वड्डा घल्लूघारा कराया, किवें टैंकां तोपां दे नाल श्री अकाल तख्त साहब नूं तूंबा तूंबा किया। 3 जून
ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਸਨ। ਬੱਚੇ, ਬੁੱਢੇ, ਨੌਜਵਾਨ, ਧੀਆਂ, ਭੈਣਾਂ, ਸਾਰੇ ਸ਼ਰਧਾਲੂ ਇੱਥੇ ਉਮੜ ਕੇ ਆਏ ਸਨ। ਲੇਕਿਨ ਇਸ ਘੱਲੂਘਾਰੇ ਦੇ ਦੌਰਾਨ ਅਨੇਕਾਂ ਸ਼ਹੀਦੀਆਂ ਹੋ ਗਈਆਂ। ਸਤਿਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਦੇ ਨਾਲ ਸਾਰੇ ਜੁਝਾਰੂ ਸਿੰਘ ਇੱਥੇ ਸ਼ਹੀਦ ਹੋ ਗਏ। ਔਰ ਉਹ ਸਾਰਾ ਸਾਕਾ ਤੁਸੀਂ ਰੋਜ਼ ਸੁਣਦੇ ਵੀ ਹੋ ਅਤੇ ਰੋਜ਼ ਉਹਨੂੰ ਯਾਦ ਵੀ ਕਰਕੇ ਅੱਖਾਂ 'ਚੋਂ ਹੰਝੂ ਵੀ ਵਹਾਉਂਦੇ ਹੋ। ਮਨ ਰੋਂਦੇ ਹੈ, ਆਤਮਾ ਰੋਂਦੀ ਹੈ ਕਿ ਅਸੀਂ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਜ਼ਕਰੀਆ ਖਾਨ ਦੀਆਂ ਜਦੋਂ ਗੱਲਾਂ ਕਰਦੇ ਹਾਂ ਉਦੋਂ ਸ਼ਾਇਦ ਸਾਨੂੰ ਇੰਨਾ ਦੁੱਖ ਨਾ ਹੁੰਦਾ ਹੋਵੇ ਜਦੋਂ ਸਾਡੇ ਆਪਣਿਆਂ ਦੀ ਸਰਕਾਰਾਂ ਨੇ ਸਾਡੇ ਉੱਤੇ ਐਡਾ ਵੱਡਾ ਜ਼ੁਲਮ ਕੀਤਾ ਹੋਵੇ ਕਿ ਸਾਡੇ ਪਵਿੱਤਰ ਗ੍ਰੰਥ ਦੀ ਹਿੱਕ ਦੇ ਵਿੱਚ ਜਾ ਕੇ ਗੋਲੀ ਕੱਲੀ ਸ਼ੋਈ ਨਹੀਂ, ਅੰਦਰ ਜਾ ਕੇ ਧੱਸ ਗਈ। ਮੈਂ ਸਮਝਦੀ ਹਾਂ ਕਿ ਇਹ ਪੀੜਾ ਸਾਰਿਆਂ ਦੇ ਦਿਲ 'ਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ। ਬੜੇ ਟੈਲੀਫੋਨ ਆ ਰਹੇ ਸਨ ਸੰਗਤਾਂ ਦੇ ਬੜੇ ਚਿਰਾਂ ਤੋਂ, ਕਈ ਸਾਲਾਂ ਤੋਂ ਹੀ, ਕਿ ਸਿੱਖ ਭੁੱਲ ਜਾਣਗੇ ਕਿ ਸੱਚੀ ਮੁੱਚੀ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹੈ। ਜਿਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀ ਵੱਜੀ ਸੀ, ਉਹ ਪੱਤਰੇ ਜਿਹੜੇ ਉਸ ਵੇਲੇ ਗੋਲੀਆਂ ਨਾਲ ਜ਼ਖਮੀ ਹੋਏ, ਉਹ ਵੀ ਪੱਤਰੇ ਬਿਰਾਜਮਾਨ ਹੈ। ਉਹ ਵੀ ਬਾਅਦ ਵਿੱਚ ਅਸੀਂ ਦਰਸ਼ਨ ਕਰਾਵਾਂਗੇ, ਕਿਉਂਕਿ ਅੱਜ ਦੇ ਬੱਚੇ ਪੁੱਛਦੇ ਆ ਜਦੋਂ ਕਹਿੰਦੇ ਆ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲੀਆਂ ਨਾਲ ਬਿੰਨ ਦਿੱਤਾ, ਉਹ ਦੇਖਣ ਆਉਂਦੇ ਆ ਤੇ ਕਹਿੰਦੇ ਕਿੱਥੇ ਆ ਉਹ ਗੋਲੀਆਂ ਦੇ ਨਿਸ਼ਾਨ। ਸਾਹਮਣੇ ਜਦੋਂ ਤੁਸੀਂ ਤੇ ਸੱਜੇ ਪਾਸੇ ਵੱਲ ਵੇਖਦੇ ਹੋ ਡਿਓੜੀ, ਇਹਨੂੰ ਸ਼ਾਇਦ ਕਈ ਸਾਹਿਬਾਂ ਹੀ ਦੇਖ ਕੇ ਲੰਘ ਜਾਂਦੇ ਆ, ਪਰ ਇਹ ਗਿਆਨ ਨਹੀਂ ਕਿ ਉਸ ਵੇਲੇ ਦੀ ਜ਼ਖਮੀ ਹੋਈ ਇਹ ਵੀ ਦਰਸ਼ਨੀ ਡਿਓੜੀ ਹੈ, ਜਿਹਨੂੰ ਅਸੀਂ ਖਜ਼ਾਨਾ ਡਿਓੜੀ ਕਹਿੰਦੇ ਹਾਂ। ਇਹਦੇ ਉੱਤੇ ਪਾਲਕੀ ਵੀ ਹੈ। ਇਹ ਜੇ ਸਾਡੇ ਕੋਲ ਬਿਰਾਜਮਾਨ ਸਾਧ ਸੰਗਤ ਜੀ, ਇਹ ਸਾਰੀਆਂ ਉਸ ਵੇਲੇ ਦੀਆਂ ਨਿਸ਼ਾਨੀਆਂ ਜਿਹੜੀਆਂ ਸਨ, ਉਹਨਾਂ ਨੂੰ ਸਾਂਭਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਫਰਜ਼ ਸਮਝਿਆ। ਮੈਂ ਪਹਿਲਾਂ ਵੀ ਸਾਰੀ ਕੌਮ ਕੋਲੋਂ ਮਾਫੀ ਵੀ ਮੰਗੀ ਹੈ ਕਿ ਤੁਹਾਡਾ ਲੰਬਾ ਸਮੇਂ ਦਾ ਦਰਦ, ਤੁਹਾਡੀ ਪੀੜਾ ਜਿਹੜੀ ਹੈ, ਸ਼ਾਇਦ ਤੁਹਾਨੂੰ ਅਸੀਂ ਸੰਤੁਸ਼ਟੀ ਨਹੀਂ ਦਵਾ ਸਕੇ। ਤੁਸੀਂ ਬਹੁਤ ਚਿਰ ਤੋਂ ਕਹਿੰਦੇ ਆਏ ਕਿ ਦਰਸ਼ਨ ਕਰਾਓ, ਦਰਸ਼ਨ ਕਰਾਓ। ਪੰਥਕ ਵਿਚਾਰਾਂ ਕਰਦਿਆਂ ਕਰਦਿਆਂ ਕਈ ਵਾਰੀ ਦੇਰੀਆਂ ਵੀ ਹੋ ਗਈਆਂ, ਲੇਕਿਨ ਸਿੰਘ ਸਾਹਿਬਾਨਾਂ ਦਾ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਨਾਲ ਸਾਰਿਆਂ ਨਾਲ ਹੁੰਗਾਰਾ ਭਰਿਆ ਅਤੇ ਸਾਨੂੰ ਇਹ ਤਾਕਤ ਦਿੱਤੀ ਕਿ ਅਸੀਂ ਇਹ ਫੈਸਲਾ ਕਰ ਸਕੀਏ। ਸਿੱਖ ਸੰਗਤ ਦੀ ਜੋ ਹੁਕਮ ਸੀ, ਜੋ ਮੰਗ ਸੀ, ਉਹ ਪ੍ਰਵਾਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਨੇ ਜਨਰਲ ਹਾਊਸ ਦੇ ਵੀ ਬਹੁਤ ਸਾਰੇ ਮੈਂਬਰਾਂ ਨਾਲ ਸਲਾਹ ਕਰਕੇ ਇਹ ਫੈਸਲਾ ਕੀਤਾ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਕਿਹਾ ਕਿ ਪ੍ਰਕਾਸ਼ ਨਹੀਂ ਕਰ ਸਕਾਂਗੇ ਕਿਉਂਕਿ ਜਿੱਥੋਂ ਜਿੱਥੋਂ ਗੋਲੀ ਲੰਘੀ ਹੈ ਉਹ ਗੁਰੂ ਸਾਹਿਬ ਜੀ ਦੇ ਅੰਕਾਂ ਦੇ ਵਿੱਚੋਂ ਸਾਡੇ ਜਿਹੜੇ ਗੁਰਬਾਣੀ ਦੇ ਅਕਸ਼ਰ ਹਨ ਉਹ ਥੋੜ੍ਹੇ ਪੀੜਤ ਹੋ ਗਏ, ਭੁਰਨੇ ਸ਼ੁਰੂ ਹੋ ਗਏ। ਜਦੋਂ ਅਸੀਂ ਖੋਲਾਂਗੇ ਨੁਕਸਾਨ ਹੋਏਗਾ। ਸੋ ਇਹੀ ਫੈਸਲਾ ਕੀਤਾ ਕਿ ਬਿਰਾਜਮਾਨ ਕਰਕੇ ਸੁਖਾਸਨ ਦੀ ਸ਼ਕਲ ਵਿੱਚ ਸਿਰਫ ਪਹਿਲੇ ਜਿਹੜੀ ਉੱਪਰਲੀ ਜਿਲਦ ਹੈ ਉਹ ਤੋਂ ਲੈ ਕੇ ਜਿੱਥੇ ਤੱਕ ਗੁਰਬਾਣੀ ਸ਼ੁਰੂ ਨਹੀਂ ਹੁੰਦੀ ਉੱਥੇ ਤੱਕ ਅਸੀਂ ਇਹ ਦਰਸ਼ਨ ਕਰਾ ਕੇ ਵੀਡੀਓ ਬਣਾ ਲਿਓ। ਸਾਰੇ ਮੇਰੇ ਮੀਡੀਆ ਵਾਲੇ ਭਰਾ ਦਰਸ਼ਨ ਕਰ ਲਿਓ। ਉਸ ਤੋਂ ਬਾਅਦ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਗੁਰਬਾਣੀ ਦੇ ਅੰਕਾਂ ਦੇ ਵਿੱਚ ਕੋਈ ਨੁਕਸਾਨ ਹੋਵੇ, ਸੋ ਇਸ ਕਰਕੇ ਮਾਫੀ ਦਿਓ ਕਿ ਪ੍ਰਕਾਸ਼ ਪਹਿਲਾਂ ਸਾਰਿਆਂ ਰੀਝ ਸੀ ਕਿ ਗਿਆਨੀ ਜਗਤਾਰ ਸਿੰਘ ਜੀ ਵੀ ਪ੍ਰਕਾਸ਼ ਕਰੀਏ, ਹੁਕਮਨਾਮਾ ਲਈਏ। ਜਿਸ ਤਰ੍ਹਾਂ ਮਾਨਯੋਗ ਸਿੰਘ ਸਾਹਿਬ ਜੀ ਨੇ ਕਿਹਾ ਇੱਦਾਂ ਹੀ ਦਰਸ਼ਨ ਕਰਵਾਉਣਗੇ। ਮੇਰੀ ਸੰਗਤ ਨੂੰ ਬੇਨਤੀ ਹੈ ਕਿ ਇਹ ਕੋਈ ਹੋਰ ਸਮਾਗਮ ਨਹੀਂ, ਇਹ ਬਹੁਤ ਪੀੜਤ ਘੜੀ ਹੈ। ਜੇ ਸੱਚ ਜਾਣੋ ਨਾ, ਕਿਉਂਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਹੁਣ ਅਸੀਂ ਇਹ ਸਮਝਣਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਜੀ ਨੇ ਪ੍ਰਗਟ ਗੁਰਾਂ ਕੀ ਦੇਹ ਜੇ ਕੀਤਾ ਤੇ ਗੁਰੂ ਦੀ ਦੇਹ ਵਿੱਚ ਗੋਲੀ ਲੱਗੀ। ਤੇ ਜਦੋਂ ਦੇਹ ਵਿੱਚ ਗੋਲੀ ਲੱਗਦੀ ਹੈ, ਸਾਡੇ ਕੋਈ ਲਾਗੇ ਰਿਸ਼ਤੇਦਾਰ ਹੋਵੇ, ਕੋਈ ਸਾਕ ਸੰਬੰਧੀ ਹੋਵੇ, ਕੋਈ ਭੈਣ ਭਰਾ ਹੋਵੇ, ਤੇ ਜਿਹਦੀ ਦੇਹ ਦੇ ਵਿੱਚ ਜੋ ਗੋਲੀ ਲੱਗਦੀ ਹੈ ਨਾ, ਤੇ ਸਾਡਾ ਹਾਲ ਕੀ ਹੁੰਦਾ ਹੈ, ਬਸ ਉਹ ਅੱਜ ਜਾਣ ਕੇ ਦੇਖਣਾ ਕਿ ਸਾਡੇ ਗੁਰੂ ਸਾਹਿਬ ਜੀ ਦੇ ਇਸ ਸਰੀਰ ਵਿੱਚ
ਇਹ ਦੇਹ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਚੀਰਦਿਆਂ ਹੋਇਆਂ ਜਦੋਂ ਇਹ ਲੰਘੀ ਹੋਏਗੀ ਤੇ ਸੁਖਮਨੀ ਸਾਹਿਬ ਜੀ ਦੀ 16ਵੀਂ ਅਸ਼ਟਪਦੀ 6ਵੀਂ ਪੌੜੀ ਦੇ ਵਿੱਚ ਜਾ ਕੇ ਫਿਰ ਅੜ ਗਈ, ਉੱਥੇ ਰੁਕ ਗਈ। ਤੇ ਇਸ ਕਰਕੇ ਸਾਧ ਸੰਗਤ ਜੀ ਉਸ ਧਿਆਨ ਵਿੱਚ ਰੱਖਦਿਆਂ ਹੋਇਆਂ ਕਿ ਤੁਸੀਂ ਗੁਰੂ ਨੂੰ ਅਦਬ ਦੇ ਨਾਲ ਦਰਸ਼ਨ ਕਰਨ ਵਾਸਤੇ ਆਏ ਆ, ਪੂਰੇ ਅਦਬ ਦੇ ਨਾਲ ਲਾਈਨ ਬਣਾ ਕੇ ਤੁਸੀਂ ਆਉਣਾ ਹੈ, ਧੱਕਾ ਨਹੀਂ ਕਰਨਾ, ਕੋਈ ਜ਼ੋਰ ਨਾਲ ਇੱਧਰ ਉੱਧਰ ਨਹੀਂ ਲੰਘਣਾ। ਮੀਡੀਆ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਵੀ ਸਹਿਜ ਵਿੱਚ, ਕਿਉਂਕਿ ਤੁਹਾਡੇ ਵੀ ਦਿਲ ਅੱਜ ਉਤਾਵਲੇ ਵੀ ਹੈ ਤੇ ਦੁਖੀ ਵੀ ਹੈ। ਕੱਲ੍ਹ ਜਦੋਂ ਅਸੀਂ ਦਰਸ਼ਨ ਕੀਤੇ ਸੀ ਪਹਿਲੇ ਦਿਨ ਵੀ ਆ ਕੇ, ਸੱਚ ਜਾਣਿਓ ਸੱਚੀ ਮੁੱਚੀ ਉਸ ਵੇਲੇ ਸਾਰੇ ਪੀੜਤ ਸਨ। ਤੇ ਕੱਲ੍ਹ ਵੀ ਜਦੋਂ ਫੈਸਲਾ ਕੀਤਾ ਬੜੇ ਦੁਖੀ ਹਿਰਦੇ ਨਾਲ ਫੈਸਲਾ ਕੀਤਾ, ਹਰ ਮੈਂਬਰ ਬਹੁਤ ਵਿਰਾਗ ਵਿੱਚ ਆ ਗਿਆ। ਸੋ ਮੇਰੀ ਬੇਨਤੀ ਹੱਥ ਜੋੜ ਕੇ ਮੀਡੀਆ ਵਾਲਿਆਂ ਨੂੰ, 2 ਅੰਦਰ ਕੈਮਰੇ ਪੱਕੇ ਰਹਿਣਗੇ, ਤੁਸੀਂ ਬਾਹਰੋਂ ਦਰਸ਼ਨ ਕਰਦੇ ਰਹਿਣਾ। ਲੇਕਿਨ ਮੀਡੀਆ ਚਾਹੁੰਦਾ ਸੀ ਵੀ ਅਸੀਂ ਸਾਰੇ ਆਪਣੇ ਕੈਮਰੇ 'ਚ ਥੋੜ੍ਹਾ ਬੰਦ ਕਰ ਲਈਏ। ਉਹਨਾਂ ਨੂੰ ਬੇਨਤੀ ਹੈ ਕਿ ਆਰਾਮ ਦੇ ਨਾਲ 1-1 2-2 ਜਣਾ ਅੰਦਰ ਆ ਕੇ, ਬਹੁਤਾ ਧੱਕਾ ਨਹੀਂ ਕਰਨਾ, ਵਾਰੀ ਨਾ ਜਾਣਾ। ਗੁਰੂ ਸਾਹਿਬ ਬਿਰਾਜਮਾਨ ਰਹਿਣਗੇ। ਇਸੇ ਤਰ੍ਹਾਂ ਜਦੋਂ ਸੰਗਤ ਕਹੇਗੀ ਅਸੀਂ ਉਸ ਵੇਲੇ ਭਾਵੇਂ 3 ਘੰਟੇ 4 ਘੰਟੇ 5 ਘੰਟੇ ਤੱਕ ਉਸ ਵੇਲੇ ਅਸੀਂ ਇੱਥੋਂ ਸੁੱਖ ਹਾਸਲ ਕਰ ਉੱਥੇ ਲੈ ਕੇ ਜਾਵਾਂਗੇ ਉਹਨਾਂ ਦੇ ਨਿੱਜ ਸਥਾਨ ਦੇ ਉੱਤੇ। ਸੋ ਸਾਧ ਸੰਗਤ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਤੁਸੀਂ ਸਾਰੀ ਸੰਗਤ ਸਹਿਯੋਗ ਦਿਓ। ਇਸੇ ਤਰ੍ਹਾਂ ਕੱਲ੍ਹ 4 ਤਰੀਕ ਨੂੰ, ਇਸੇ ਤਰ੍ਹਾਂ 5 ਤਰੀਕ ਨੂੰ 6 ਦੇ ਸਮਾਗਮ ਹਨ। ਸਮਾਗਮਾਂ ਤੋਂ ਬਾਅਦ ਫਿਰ ਜੋ ਪ੍ਰੋਗਰਾਮ ਬਣੇਗਾ ਸਿੰਘ ਸਾਹਿਬਾਂ ਨਾਲ ਸਲਾਹ ਕਰਕੇ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ। ਬਹੁਤ ਧੰਨਵਾਦ ਜੀ ਸਾਰੀਆਂ ਸੰਗਤਾਂ ਦਾ, ਤੁਸੀਂ ਦਰਸ਼ਨ ਕਰਨ ਵਾਸਤੇ ਆਏ ਹੋ। ਸਤਿਕਾਰ ਨਾਲ ਦਰਸ਼ਨ ਕਰੋ ਉਸ ਮਹਾਨ ਗੁਰੂ ਦੇ, ਜਿਸ ਗੁਰੂ ਦੇ ਹਿੱਕ ਦੇ ਵਿੱਚ ਜਾ ਕੇ ਗੋਲੀ ਸਮਾਈ। ਔਰ ਤੁਸੀਂ ਸਾਰੇ ਉਸ ਸਮੇਂ ਨੂੰ ਯਾਦ ਕਰਨ ਵਾਸਤੇ ਆਏ ਹੋ, ਜ਼ਾਲਮ ਸਰਕਾਰ ਦੀ ਘਟਨਾ, ਕਾਂਗਰਸ ਸਰਕਾਰ ਨੇ ਜੋ ਜ਼ੁਲਮ ਕੀਤੇ। ਮੈਂ ਤਾਂ ਕੱਲ੍ਹ ਇਹ ਗੱਲ ਕਹੀ ਸੀ ਕਿ ਹਿਟਲਰ ਦੀ ਜ਼ੁਲਮ ਸੀ ਨਾ, ਉਹ ਅੱਜ ਤੱਕ ਲੋਕ ਨਹੀਂ ਭੁੱਲੇ। ਅਸੀਂ ਲੋਕ ਇੰਨੇ ਅਨਾੜੀ ਹੈ ਕਿ ਸਾਨੂੰ ਜਦੋਂ ਅੱਜ ਦੁੱਖ ਕੋਈ ਦਿੰਦਾ ਤੇ ਦੂਜੇ ਦਿਨ ਅਸੀਂ ਫਿਰ ਤਾਕਤ ਦਿੰਦੇ ਹਾਂ ਕਿ ਜਾਓ ਫਿਰ ਸਾਡੇ 'ਤੇ ਜ਼ੁਲਮ ਕਰੋ। ਸੋ ਇਹ ਧਿਆਨ ਰੱਖਿਆ ਕਰੋ ਕਿ ਉਹ ਸਾਰੇ ਸਮੇਂ ਨੂੰ ਆਪਾਂ ਨਾ ਭੁੱਲੀਏ। ਇਹ ਇਤਿਹਾਸ ਦੇ ਕਾਲੇ ਇਤਿਹਾਸ ਨੂੰ ਸਿੱਖਾਂ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਸੰਗਤ ਜੀ ਹੁਣ ਦਰਸ਼ਨ ਕਰਾਉਣਗੇ। ਜਿਹੜੀ ਗੋਲੀ ਦੱਖਣੀ ਦਰਵਾਜ਼ੇ ਤੋਂ ਲੰਘ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੀਨੇ ਵਿੱਚ ਪ੍ਰਵੇਸ਼ ਹੋਈ, ਗੋਲੀ ਦੇ ਆਪਾਂ ਪਿਆਰ ਸਹਿਤ ਦਰਸ਼ਨ ਦੀਦਾਰ ਕਰੀਏ ਤੇ ਉਪਰੰਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਾਂਗੇ। ਪਹਿਲਾਂ ਉਹ ਗੋਲੀ ਜੋ ਜੂਨ 1984 ਵਿੱਚ ਦੱਖਣੀ ਦਰਵਾਜ਼ੇ ਤੋਂ ਲੰਘ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੀਨੇ ਵਿੱਚ ਲੰਘੀ, ਆਓ ਉਹਦੇ ਦਰਸ਼ਨ ਕਰੀਏ ਜੀ। ਬੋਲੇ ਸੋਨਿਆ। ਉਤਰਾ ਪੜ ਕੇ ਕਰਾ ਦਿਓ। ਸੰਗਤ ਜੀ ਇਹ ਉਹ ਗੋਲੀ ਹੈ ਜਿਹੜੀ ਜੂਨ 1984 ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੀ ਕਾਂਗਰਸ ਸਰਕਾਰ ਨੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਸਤੇ 37 ਗੁਰਧਾਮਾਂ ਦੇ ਉੱਤੇ ਹਮਲਾ ਕੀਤਾ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤਾਂ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਸਨ। ਬਾਕੀ ਗੁਰਦੁਆਰਿਆਂ ਦੇ ਵਿੱਚ ਤਾਂ ਕੋਈ ਐਸਾ ਜੁਝਾਰੂ ਸਿੰਘ ਵੀ ਨਹੀਂ ਸੀ ਜਿਨ੍ਹਾਂ ਗੁਰਦੁਆਰਿਆਂ ਦੇ ਉੱਤੇ ਕਾਂਗਰਸ ਦੀ ਸਰਕਾਰ ਨੇ ਜਾਣ ਬੁੱਝ ਕੇ ਹਮਲੇ ਕਰਕੇ ਤੇ ਅਨੇਕਾਂ ਹੀ ਸੇਵਾਦਾਰ ਔਰ ਸ਼ਰਧਾਲੂਆਂ ਨੂੰ
ਸ਼ਹੀਦ ਕੀਤਾ ਸੀ। ਔਰ ਸੰਗਤ ਜੀ 7 ਜੂਨ ਨੂੰ ਜੀ ਦੇ ਔਰ ਉਹਨਾਂ ਨੂੰ ਫੌਜ ਦੇ ਬੰਦੇ ਲੈ ਕੇ ਆਏ ਤੇ 7 ਤਰੀਕ ਨੂੰ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੁਬਾਰਾ ਹੋਇਆ ਸੀ। ਆਪਾਂ ਉਹ ਗੋਲੀ ਦੇ ਦਰਸ਼ਨ ਕਰ ਰਹੇ ਹਾਂ, ਜਿਹੜੀ ਗੋਲੀ ਸਤਿਗੁਰਾਂ ਨੇ ਆਪਣੇ ਸੀਨੇ ਵਿੱਚ ਖਾਧੀ ਸੀ। ਬੋਲੇ ਸੋ ਨਿਹਾਲ। ਭਾਈ ਪਿਆਰ ਸਾਹਿਬ ਧੱਕੇ ਨਾ ਮਾਰੋ ਇੱਕ ਦੂਜੇ ਨੂੰ, ਬੜੇ ਪਿਆਰ ਦੇ ਨਾਲ। ਇਸ ਤੋਂ ਬਾਅਦ ਵੀ ਆਪਾਂ ਸਾਰਿਆਂ ਨੇ ਸਹਿਜੇ ਸਹਿਜੇ ਪਹਿਲਾਂ ਮੀਡੀਏ ਵਾਲੇ ਵੀਰ ਦਰਸ਼ਨ ਕਰਨਗੇ, ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਇੱਕ ਇੱਕ ਤੇ ਰੱਖਿਆ ਹੈ। ਸੰਗਤਾਂ ਪਿਆਰ ਦੇ ਨਾਲ ਭਾਵਨਾ ਦੇ ਸਹਿਤ ਦਰਸ਼ਨ ਦੀਦਾਰ ਕਰਨਗੀਆਂ ਜੀ। ਆਓ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰੀਏ। ਇਹ ਗੋਲੀ ਦੱਖਣੀ ਦਰਵਾਜ਼ੇ ਤੋਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਅੰਦਰ, ਔਰ ਸੰਗਤ ਜੀ ਜਪਜੀ ਸਾਹਿਬ ਵਾਲੇ ਪਾਸਿਓਂ ਇਹ ਗੋਲੀ ਜਿਲਦ ਦੇ ਵਿੱਚੋਂ ਦੀ ਲੰਘ ਕੇ ਤੇ ਸੁਖਮਨੀ ਸਾਹਿਬ ਜੀ ਦੇ ਪੱਤਰਿਆਂ ਤੱਕ ਪਹੁੰਚੀ ਹੈ। ਆਓ ਪਿਆਰ ਸਾਹਿਬ ਦਰਸ਼ਨ ਕਰੀਏ ਜੀ। ਬੋਲੇ ਸੋ ਨਿਹਾਲ। ਇਹ ਉਹ ਪਾਵਨ ਜਿਲਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਸ ਵਿੱਚ ਸੰਗਤ ਜੀ ਕਿਨਾਰੇ ਤੋਂ ਗੋਲੀ ਲੱਗੀ ਹੈ ਔਰ ਇਹ ਗੋਲੀ ਖਿਸਕਦੀ ਹੋਈ ਪੱਤਰਿਆਂ ਦੇ ਵਿੱਚ ਚਲੇ ਗਈ ਹੈ, ਜਿਹਦੇ ਆਪ ਜੀ ਬੜੇ ਪਿਆਰ ਨਾਲ ਦਰਸ਼ਨ ਕਰ ਰਹੇ ਹੋ। ਚੁੱਕ ਲਓ ਥੋੜਾ। ਇਹ ਜਿਲਦ ਤੋਂ ਬਾਅਦ ਹਾਸ਼ੀਏ ਦੇ ਪੱਤਰੇ ਜਿਹੜੇ ਨੇ ਉਹ ਸ਼ੁਰੂ ਹੋ ਰਹੇ ਨੇ, ਜਿਹਨਾਂ ਪੱਤਰਿਆਂ ਦੇ ਵਿੱਚ ਦੀ ਇਹ ਗੋਲੀ ਲੰਘ ਕੇ ਗੁਰੂ ਕੀ ਬਾਣੀ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਨਤੀ ਕਰ ਦਿਓ ਇਹਨੂੰ ਆਪ ਜੀ। ਇਸ ਤਰ੍ਹਾਂ ਨਾਲ ਕੱਲੇ ਕੱਲੇ ਫੋਟੋਗ੍ਰਾਫਰ ਨੂੰ ਫੋਟੋਗ੍ਰਾਫੀ ਕਰਾਈ ਜਾਊਗੀ। ਪਹਿਲਾਂ ਪ੍ਰਬੰਧਕ ਜਨ ਦਰਸ਼ਨ ਕਰ ਲੈਣ ਤੇ ਆਪ ਜੀ ਨੂੰ ਅੰਦਰ ਲੈ ਕੇ ਆਵਾਂਗੇ। ਪਿਆਰ ਸਾਹਿਬ ਬੇਨਤੀ ਹੈ ਜੀ ਪੱਤਰਕਾਰ ਵੀਰਾਂ ਨੂੰ, ਇੱਕ ਦੂਜੇ ਨੂੰ ਧੱਕੇ ਨਾ ਮਾਰੋ। ਸਾਰਿਆਂ ਨੂੰ ਬੜੇ ਪਿਆਰ ਸਹਿਤ ਦਰਸ਼ਨ ਕਰਵਾਏ ਜਾਣਗੇ। ਤਕਰੀਬਨ 3 ਤੇ ਸੁਭਾਈਮਾਨ ਰਹਿਣਗੇ। ਆਪਾਂ ਪਿਆਰ ਨਾਲ ਸਾਰਿਆਂ ਨੇ ਦਰਸ਼ਨ ਕਰਨੇ ਨੇ ਔਰ ਵੀਡੀਓ ਦੀ ਲੋੜ ਨਹੀਂ, ਬਹੁਤ ਸਮਾਂ ਆਪਣੇ ਕੋਲ ਹੈਗਾ ਵਾ। ਪਿਆਰ ਸਹਿਤ ਆਓ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਤਤਕਰਾ ਹੈ ਜੀ, ਜਿੱਤੇ ਗੁਰੂ ਜੀ ਕਰ ਰਹੇ ਹੋ, ਜਿਸ ਵਿੱਚ ਇਹ ਗੋਲੀ ਲੱਗੀ ਹੋਈ ਹੈ ਔਰ ਇਹ ਗੋਲੀ ਅੱਗੇ ਹੀ ਅੱਗੇ ਤੁਰਦੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੀ ਸਾਹਿਬ ਜੀ ਦੀ ਸੋ ਬਾਣੀ ਤੱਕ ਇਹ ਜਿਹੜੀ ਹੈ ਗੋਲੀ ਪਹੁੰਚੀ ਹੈ ਤੇ ਇਹਦੇ ਆਪਾਂ ਪਿਆਰ ਸਾਹਿਬ ਦਰਸ਼ਨ ਕਰ ਰਹੇ ਹਾਂ। ਸੰਗਤ ਜੀ ਇਹ ਸਾਰਾ ਤਤਕਰਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹਦੇ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਕਰਕੇ ਔਰ ਗੋਲੀ ਨਾਲ ਜ਼ਖਮੀ ਹੋਣ ਕਰਕੇ ਜਿੱਥੇ ਜਿੱਥੇ ਗੋਲੀ ਦੇ ਨਿਸ਼ਾਨ ਲੱਗੇ ਨੇ ਉਤੋਂ ਉਤੋਂ ਇਹ ਪਾਵਨ ਸਰੂਪ ਦੇ ਜਿਹੜੇ ਅਕਸ਼ਰ ਨੇ ਉਹ ਕਾਫੀ ਭੁਰ ਚੁੱਕੇ ਨੇ। ਉਹ ਭੁਰੇ ਹੋਏ ਅੱਖਰਾਂ ਦੇ ਵੀ ਆਪ ਜੀ ਨੂੰ ਦਰਸ਼ਨ ਦੀਦਾਰ ਕਰਵਾਏ ਜਾਣਗੇ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਆ ਜਾਓ, ਕੋਈ ਗੱਲ ਨਹੀਂ। ਸਤਿਨਾਮ। ਸੰਗਤ ਜੀ, ਇਤੋਂ ਤੀਕਰ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਤਤਕਰਾ ਸੀ। ਔਰ ਅੱਗੇ ਜਿਵੇਂ ਜਪਜੀ ਸਾਹਿਬ ਜੀ ਦੀ ਬਾਣੀ ਆਰੰਭ ਹੋ ਰਹੀ ਹੈ, ਉਹ ਆਪ ਜੀ ਨੂੰ 2-4 ਅੰਗ ਦੇ ਹੋਰ ਦਰਸ਼ਨ ਕਰਵਾਏ ਜਾ ਰਹੇ ਨੇ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 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 ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਹੁਣ ਪ੍ਰੈਸ ਨੂੰ ਪਹਿਲਾਂ ਕਰਾ ਲਈਏ, ਹੁਣ ਲਿਆਓ ਆਪ ਜੀ 2-2 ਕਰਕੇ ਐਂ ਦੀ ਪ੍ਰੈਸ ਵਾਲਿਆਂ ਨੂੰ ਰੰਦਾਸ ਜੀ, ਇਹ ਕੁਲੰਦਰ ਜੀ, ਦੋ ਪ੍ਰੈਸ ਇੱਧਰ ਦੀ ਲਓ। ਥੋੜਾ ਚੁੱਪ ਕਰਾਓ, ਕਹੋ ਵਾਹਿਗੁਰੂ ਅੰਦਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਭਾਈ ਚੁੱਪ ਦਾ ਦਾਨ ਬਖਸ਼ੋ। ਆਪਾਂ ਬੜੇ ਵੈਰਾਗਮਈ ਸਮੇਂ ਦੇ ਉੱਤੇ ਸਾਰੇ ਇਕੱਤਰ ਹੋਏ ਆ। 37 ਸਾਲ ਹੋ ਗਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਸੀਨੇ ਵਿੱਚ ਸੰਗਤ ਜੀ ਦੁਸ਼ਮਣਾਂ ਦੀ ਗੋਲੀ ਖਾਧੀ ਹੈ। ਅੱਜ ਆਪਾਂ ਦਰਸ਼ਨ ਕਰਨ ਵਾਸਤੇ ਪਹੁੰਚੇ ਆ ਪਿਆਰ ਸਹਿਤ ਚੁੱਪ ਦਾ ਦਾਨ ਬਖਸ਼ ਕਰਕੇ। ਹੁਣ ਬੇਨਤੀ ਹੈ ਮੀਡੀਏ ਵਾਲੇ ਵੀਰਾਂ ਨੂੰ ਕਿ ਉਹ ਕੱਲਾ ਕੱਲਾ ਆਓ ਤੇ ਆਪ ਜੀ ਵੀਡੀਓ ਫੋਟੋ ਜੋ ਵੀ ਬਣਾਉਣਾ ਚਾਹੁੰਦੇ ਹੋ ਪਿਆਰ ਸਹਿਤ ਬਣਾ ਲਓ, ਪਰ ਪਿਆਰ ਨਾਲ ਰੌਲਾ ਨਹੀਂ ਪਾਉਣਾ ਔਰ ਬਹੁਤਾ ਸਮਾਂ ਵੀ ਨਹੀਂ ਲਾਉਣਾ, ਕਿਉਂਕਿ ਸੰਗਤ ਨੇ ਵੀ ਦਰਸ਼ਨ ਕਰਨੇ ਨੇ। ਇਸ ਕਰਕੇ ਪਿਆਰ ਸਹਿਤ ਆਪ ਜੀ ਦਰਸ਼ਨ ਔਰ ਵੀਡੀਓ ਫੋਟੋ ਬਣਾ ਕੇ ਨਾਲ ਨਾਲ ਆਪ ਜੀ ਤੁਰੇ ਚੱਲੋ ਤਾਂ ਕਿ ਸੰਗਤ ਵੀ ਦਰਸ਼ਨ ਕਰ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਰਿਆ ਚਿੱਕੇ ਤੇ ਰਹਿਣ ਇੱਕ ਵਾਰੀ ਬਣਾ ਲੈਂਦੇ ਉਹਨੂੰ ਵੀਡੀਓ ਫਿਰ ਸਾਰੇ ਮੰਗਣ ਦੇ ਜਿਹੜੇ ਮੀਡੀਆ ਵਾਲੇ ਵੀਰਾਂ ਨੇ ਵੀਡੀਓ ਬਣਾ ਲਈ ਹੈ ਜਾਂ ਫੋਟੋਗ੍ਰਾਫੀ ਕਰ ਲਈ ਹੈ, ਉਹ ਵੀਰਾਂ ਨੂੰ ਬੇਨਤੀ ਹੈ ਕਿ ਆਪ ਜੀ ਬਾਹਰ ਚੱਲੋ। ਬਾਕੀ ਜਿਹੜੇ ਵੀਰ ਰਹਿੰਦੇ ਨੇ ਉਹ ਅੰਦਰ ਆਓ, ਉਹ ਵੀ ਵੀਡੀਓ ਜਾਂ ਫੋਟੋਗ੍ਰਾਫੀ ਜਿਹੜੀ ਆ ਉਸ ਰੂਪ ਦੀ ਕਰ ਲਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ ਹੁਣ ਵਿਖਾਈ ਜਾਓ ਜੀ। ਸਮੀਰ ਬੀਬੀ ਜੀ
ਹੈ ਨਾ। ਤੇ ਸਿੰਘ ਸਾਹਿਬ ਜੀ ਹੁਣ ਸਾਰੇ ਇਹਦੇ ਵਿੱਚ ਹੀ ਸੰਭਾਲੇ ਜਾਣਗੇ। ਜੀ ਜੀ। ਬਾਈਕ ਪਾਸੇ ਕਰ ਦਈਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਆਪ ਜੀ ਹੁਣ ਥੋੜਾ ਜਿਹਾ ਪਾਸੇ ਹੋ ਜਾਓ, ਸੰਗਤ ਨੂੰ ਲੰਘ ਲੈਣ ਦਿਓ, ਸੰਗਤ ਵੀ ਦਰਸ਼ਨ ਕਰ ਸਕੇ। ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਫੋਟੋਗ੍ਰਾਫੀ ਜਾਂ ਪੱਤਰਕਾਰੀ ਕਰ ਲਈ ਹੈ ਉਹ ਥੋੜੇ ਪਾਸੇ ਹੋ ਜਾਓ, ਸੰਗਤ ਨੂੰ ਆਉਣ ਦਿਓ ਭਾਈ। ਇੱਕ ਇੱਕ ਦੋ ਜਾਣੇ ਸੰਗਤ ਨੂੰ ਆਉਣ ਦਿਓ, ਸੰਗਤ ਵੀ ਦਰਸ਼ਨ ਕਰੇ।